ਸਤਿਨਾਮ ਵਾਹਿਗੁਰੂ। ਸੰਤ ਸਰਨ ਜੋ ਜਨ ਪਰੈ, ਸੋ ਜਨ ਉਦਰਨ ਹਾਰ। ਸੰਤ ਕੀ ਨਿੰਦਾ ਨਾਨਕਾ, ਬਾਹੁਰ ਬਾਹੁਰ ਅਵਤਾਰ। ਸਾਈ ਨਾਮ ਅਮੋਲ, ਕੀਮ ਨ ਕੋਈ ਜਾਣ ਦੋ। ਜਿਨਾ ਭਾਗ ਮਤਾਹੇ, ਸੇ ਨਾਨਕ ਹਰ ਰੰਗ ਮਾਣ ਦੋ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਂਦੈ ਸ਼ਾਹੋ। ਜਿਸ ਪਾਸ ਬੈਠਿਆ ਸੋਹੀਆ, ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ। ਸੰਤ ਉਦਰਨ ਦਇਆਲੰ, ਆਸਰੰ ਗੋਪਾਲ ਕੀਰਤਨః। ਨਿਰਮਲੰ ਸੰਤ ਸੰਗੇਣ, ਓਟ ਨਾਨਕ ਪਰਮੇਸ਼ੁਰః। ਸੰਤ ਉਦਰਨ ਦਇਆਲੰ, ਆਸਰੰ ਗੋਪਾਲ ਕੀਰਤਨః। ਨਿਰਮਲੰ ਸੰਤ ਸੰਗੇਣ, ਓਟ ਨਾਨਕ ਪਰਮੇਸ਼ੁਰః। ਚੰਦਨ ਚੰਦ ਨ ਸਰਦ ਰੁੱਤ, ਮੂਲ ਨ ਮਿਟਈ ਕਾਮ। ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਪੌੜੀ। ਚਰਨ ਕਮਲ ਕੀ ਓਟ, ਉਦਰੇ ਸਗਲ ਜਾਨਾ। ਸੁਣ ਪ੍ਰਤਾਪ ਗੋਵਿੰਦ, ਨਿਰਭਉ ਭਏ ਮਾਨਾ। ਟੋਟ ਨ ਆਵੈ ਮੂਲ, ਸੰਚਿਆ ਨਾਮ ਧਨ। ਸੰਤ ਜਨਾ ਸਿਓ ਸੰਗ, ਪਾਈਐ ਵੱਡਾ ਪੁੰਨ। ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੋਨਾ। ਸੰਤ ਜਨਾ ਸਿਓ ਸੰਗ, ਪਾਈਐ ਵੱਡਾ ਪੁੰਨ। ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੋਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਆਪ ਧੰਤਾ ਦੇ ਯੋਗ ਹੋ। ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਨ ਉਪਰੰਤ ਆਪ ਜੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਕੇ ਆਸਾ ਕੀ ਵਾਰ ਦਾ ਕੀਰਤਨ
ਸਰਵਣ ਕੀਤਾ ਹੈ। ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਦੇਸ਼ ਵਿਦੇਸ਼ਾਂ ਦੇ ਅੰਦਰ ਤਥਾ ਘਰਾਂ ਵਿੱਚ ਪੀਟੀਸੀ ਦੇ ਮਾਧਿਅਮ ਰਾਹੀਂ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਸਤਿਗੁਰਾਂ ਦੀ ਹਾਜ਼ਰੀ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁਖ ਵਾਕ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਇਤ ਕਲਯੁਗੀ ਜੀਵਾਂ ਦੇ ਉਧਾਰਕ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਅੱਜ ਦੇ ਪਾਵਨ ਹੁਕਮ ਅੰਦਰ ਸਤਿਗੁਰੂ ਜੀ ਨੇ ਨਾਮ ਦੇ ਰਸੀਏ ਵਾਹਿਗੁਰੂ ਦੇ ਆਸਰੇ ਰਹਿਣ ਵਾਲੇ ਪਰਮੇਸ਼ਰ ਦੇ ਪਿਆਰੇ ਉਹਨਾਂ ਦਾ ਜ਼ਿਕਰ ਸਤਿਗੁਰੂ ਜੀ ਨੇ ਕੀਤਾ ਹੈ। ਜਿਨ੍ਹਾਂ ਸਾਸ ਗਿਰਾਸ ਨਾ ਵਿਸਰਾ ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਜਿਨ੍ਹਾਂ ਨੂੰ ਸਵਾਸ ਲੈਂਦਿਆਂ ਗਿਰਾਸ ਭੋਜਨ ਛਕਦਿਆਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਵਿਸਰਦਾ ਉਹ ਪੂਰਨ ਸੰਤ ਨੇ। ਆਪ ਵਾਹਿਗੁਰੂ ਦੀ ਕੀਰਤੀ ਕਰਕੇ ਭੈਦਾਇਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਨੇ। ਹੋਰ ਵੀ ਅਨੇਕਾਂ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਦੇ ਨੇ ਜਿਹੜੇ ਉਹਨਾਂ ਦੀ ਸੰਗਤ ਵਿੱਚ ਆ ਜਾਂਦੇ ਨੇ। ਉਹਨਾਂ ਨੂੰ ਵੀ ਵਾਹਿਗੁਰੂ ਦੇ ਸਿਮਰਨ ਵਿੱਚ ਜੋੜ ਕੇ ਭਗਤੀ ਵਿੱਚ ਜੋੜ ਕੇ ਪਰਮੇਸ਼ਰ ਨਾਲ ਮਿਲਾ ਦਿੰਦੇ ਨੇ। ਔਰ ਸੰਗਤ ਜੀ ਉਹ ਨਾਮ ਦੇ ਰਸੀਏ ਇਤਨੇ ਕੁ ਸੀਤਲ ਨੇ ਕਿ ਦੁਨੀਆ ਦੇ ਅੰਦਰ ਕੁਝ ਵਸਤੂਆਂ ਠੰਡੀਆਂ ਮੰਨੀਆਂ ਨੇ, ਪਰ ਉਹ ਅੰਦਰ ਦੀ ਤਪਸ਼ ਨੂੰ, ਅੰਦਰ ਦੀ ਗਰਮੀ ਨੂੰ ਨਹੀਂ ਮਿਟਾ ਸਕਦੀਆਂ। ਪਰ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦਾ ਨਾਮ ਟਿਕ ਗਿਆ ਉਹ ਸਭ ਤੋਂ ਸੀਤਲ ਨੇ। ਇਹ ਸਤਿਗੁਰੂ ਜੀ ਨੇ
ਅੱਜ ਦੇ ਇਸ ਪਾਵਨ ਹੁਕਮ ਦੇ ਅੰਦਰ ਕਾਂਚੀ ਤੋਂ ਆਏ ਹੋਏ ਪੰਡਤ ਨੂੰ ਉਪਦੇਸ਼ ਦਿੰਦਿਆਂ ਦਰਸਾਇਆ ਹੈ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਸ੍ਰੀ ਮੁਖ ਵਾਗ ਦੀ ਵਿਚਾਰ ਸਾਂਝੀ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਸੰਤ ਉਦਰਣ ਦਇਆਲੰ। ਸੰਗਤ ਜੀ, ਜੈਤਸਰੀ ਦੀ ਵਾਰ ਵਿੱਚ ਸਤਿਗੁਰੂ ਜੀ ਨੇ 17ਵਾਂ ਸ਼ਲੋਕ ਅਤੇ ਪੌੜੀ ਹੁਕਮ ਦੇ ਰੂਪ ਵਿੱਚ ਆਪਾਂ ਨੂੰ ਬਖਸ਼ਿਸ਼ ਕੀਤੀ ਹੈ ਔਰ ਇਹ ਪਾਵਨ ਹੁਕਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 709 ਤੇ ਸੁਭਾਏਮਾਨ ਹੈ। ਸ਼ਲੋਕ ਇਹ ਮੂਲ ਰੂਪ ਹੈ। ਇਹਦੀ ਵਿਆਖਿਆ ਸਤਿਗੁਰਾਂ ਨੇ ਪੌੜੀ ਵਿੱਚ ਕੀਤੀ ਹੈ। ਸ਼ਲੋਕ ਮੂਲ ਰੂਪ ਹੈ, ਪੌੜੀ ਟੀਕਾ ਰੂਪ ਹੈ। ਸ਼ਲੋਕ ਨਾਮ ਮੁਕਤੀ ਦਾ ਵੀ ਹੈ, ਸ੍ਰੇਸ਼ਟ ਲੋਕ ਦੀ ਪ੍ਰਾਪਤੀ ਕਰ ਲੈਣੀ। ਪੰਡਤ ਨੇ ਬੇਨਤੀ ਕੀਤੀ, ਮਹਾਰਾਜ ਸੰਤਾਂ ਦਾ ਉਧਾਰ ਕਿਵੇਂ ਹੁੰਦਾ ਹੈ? ਤਾਂ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਦੇ ਵਿੱਚ ਦਰਸਾਇਆ ਹੈ, ਸੰਤ ਉਦਰਣ ਦਿਆਲੰ। ਦਇਆ ਦਾ ਆਲੰ ਜੋ ਘਰ ਵਾਹਿਗੁਰੂ ਹੈ, ਵਾਹਿਗੁਰੂ ਦਾ ਓਟ ਆਸਰਾ ਲੈ ਕੇ ਸੰਤਾਂ ਦਾ ਉਧਾਰ ਪਰਮੇਸ਼ਰ ਨੇ ਇਸ ਭੈਦਾਇਕ ਸੰਸਾਰ ਸਮੁੰਦਰ ਤੋਂ ਕੀਤਾ। ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ। ਪੰਡਤ ਨੇ ਬੇਨਤੀ ਕੀਤੀ, ਮਹਾਰਾਜ ਉਹਨਾਂ ਮਹਾਂਪੁਰਖਾਂ ਨੇ ਸੰਤਾਂ ਨੇ ਕੋਈ ਕਮਾਈ ਵੀ ਕੀਤੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ, ਹਾਂ ਭਾਈ, ਆਸਰੰ ਗੋਪਾਲ ਕੀਰਤਨ ਹੈ। ਜੋ ਗੋਪਾਲ ਪ੍ਰਿਥਵੀ ਦਾ ਪਾਲਕ ਹੈ, ਉਸ ਵਾਹਿਗੁਰੂ ਦੇ ਕੀਰਤਨ ਦਾ ਆਸਰਾ ਉਹਨਾਂ ਸੰਤਾਂ ਨੇ ਲਿਆ ਹੈ। ਵਾਹਿਗੁਰੂ ਦੇ ਕੀਰਤਨ ਦੇ ਆਸਰੇ ਉਹ ਪਰਮੇਸ਼ਰ ਦੇ ਪਿਆਰੇ ਸੰਤ ਆਪ ਭੈਦਾਇਕ ਸੰਸਾਰ ਸਮੁੰਦਰ ਤੋਂ ਤਰ ਗਏ ਹਨ ਅਤੇ ਹੋਰ ਅਨੇਕਾਂ ਨੂੰ ਜਿਹੜੇ ਉਹਨਾਂ ਦੀ ਸੰਗਤ ਵਿੱਚ ਆਏ, ਉਹਨਾਂ ਨੂੰ ਵੀ ਸੰਸਾਰ ਸਮੁੰਦਰ ਤੋਂ ਤਾਰ ਦਿੱਤਾ। ਸੰਤ ਉਦਾਹਰਣ ਦਇਆਲੰ ਆਸਰੰ ਗੋਪਾਲ ਕੀਰਤਨ। ਦਇਆ ਦੇ ਘਰ ਵਾਹਿਗੁਰੂ ਪ੍ਰਿਥਵੀ ਦੀ ਪਾਲਣਾ ਕਰਨ ਵਾਲੇ ਪਰਮੇਸ਼ਰ ਦੇ ਕੀਰਤਨ ਦਾ ਆਸਰਾ ਆਏ ਹੋਏ ਜੀਵਾਂ ਨੂੰ ਦੇ ਕਰਕੇ ਉਹਨਾਂ ਦਾ ਵੀ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰ ਦਿੱਤਾ। ਇਹ ਵਿਦਵਾਨਾਂ ਨੇ ਦੋ ਤਰ੍ਹਾਂ ਦਾ ਪਾਠ ਕੀਤਾ ਹੈ। ਇੱਕ ਪਾਠ ਮੁੱਖ ਹੈ, ਇੱਕ ਗੌੜ ਹੈ। ਜਿਹੜਾ ਮੁੱਖ ਪਾਠ ਹੈ ਉਹ ਉਦਰਣ ਹੈ ਤੇ ਜਿਹੜਾ ਗੌੜ ਪਾਠ ਹੈ ਉਹ ਉਦਾਹਰਣ ਹੈ।
ਜਦੋਂ ਸਤ ਸੰਗੀਆਂ ਦੀ ਤਾਰਨ ਦੀ ਗੱਲ ਆਵੇਗੀ ਉਦੋਂ ਉਦਾਹਰਨ ਪਾਠ ਹੋਵੇਗਾ। ਸੰਤ ਆਪ ਵਾਹਿਗੁਰੂ ਦੇ ਕੀਰਤਨ ਦੇ ਆਸਰੇ ਵਾਹਿਗੁਰੂ ਦੀ ਕੀਰਤੀ ਕਰਦੇ ਰਹੇ ਤੇ ਦਇਆ ਦੇ ਕਰ ਵਾਹਿਗੁਰੂ ਨੇ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ। ਤੇ ਜਿਹੜੇ ਉਹਨਾਂ ਦੇ ਸਤ ਸੰਗੀ ਸਨ, ਸੰਤਾਂ ਨੇ ਉਹਨਾਂ ਨੂੰ ਵਾਹਿਗੁਰੂ ਦੀ ਕੀਰਤੀ ਵਿੱਚ ਜੋੜ ਕੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ। ਨਿਰਮਲੰ ਸੰਤ ਸੰਗੇਣ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹਨਾਂ ਸੰਤਾਂ ਦਾ ਸੰਗੇਣ ਸੰਗਤ, ਉਹਨਾਂ ਦਾ ਸੰਗ ਕਰਨਾ ਨਿਰਮਲ ਪਵਿੱਤਰ ਹੈ ਅਤੇ ਜੀਵਾਂ ਨੂੰ ਵੀ ਉਹਨਾਂ ਦੀ ਸੰਗਤ ਪਵਿੱਤਰ ਕਰਦੀ ਹੈ। ਓਟ ਨਾਨਕ ਪਰਮੇਸ਼ਵਰ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਨ੍ਹਾਂ ਨੇ ਪਰਮੇਸ਼ਰ ਦੀ ਓਟ ਗ੍ਰਹਿਣ ਕੀਤੀ ਹੈ, ਜਿਨ੍ਹਾਂ ਨੇ ਪਰਮੇਸ਼ਰ ਦੀ ਓਟ ਪਕੜੀ ਹੈ, ਉਹਨਾਂ ਸੰਤਾਂ ਦੀ ਸੰਗਤ ਕਰਨੀ ਲਾਭਦਾਇਕ ਹੈ। ਸੰਸਾਰ ਦੇ ਅੰਦਰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ, ਸੰਤ ਸਮੂਹ ਅਨੇਕ ਮਤੀ ਕੇ। ਅਨੇਕਾਂ ਮਤਾਂ ਦੇ ਸੰਤ ਨੇ ਔਰ ਭੱਟਾ ਨੇ ਇਹ ਵੀ ਜ਼ਿਕਰ ਕੀਤਾ ਹੈ, ਰਾਹੇ ਉਹ ਸੰਤ ਆਉ ਟੋਲ, ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸੀਆ ਮੁਖੋਂ ਇਹ ਪੰਡਤ ਬਿਠੇ, ਬਰਸ ਏਕ ਹਉ ਫਿਰਿਓ, ਕਿਨੇ ਨਹੁ ਪਰਚੋ ਲਾਇਓ, ਕਹਤੇ ਹੈ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ। ਜਦੋਂ ਭੱਟ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਤਾਂ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ 1 ਸਾਲ ਹੋ ਗਿਆ ਹੈ ਤੁਰੇ ਫਿਰਦਿਆਂ ਨੂੰ, ਬਹੁਤ ਸਾਰੇ ਸੰਤ ਸਾਧ ਵੇਖੇ ਨੇ, ਪਰ ਮਨ ਨੂੰ ਕਿਤੇ ਵੀ ਪ੍ਰਸੰਨਤਾ ਪ੍ਰਾਪਤ ਨਹੀਂ ਹੋਈ। ਉਹਨਾਂ ਦੀਆਂ ਕਹਾਵਤਾਂ ਤਾਂ ਬਹੁਤ ਸੁਣੀਆਂ ਨੇ, ਪਰ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਰਹਿਤ ਵੇਖ ਕੇ ਮਨ ਪ੍ਰਸੰਨ ਨਹੀਂ ਹੋਇਆ। ਸਤਿਗੁਰੂ ਜੀ ਕਹਿੰਦੇ ਨੇ ਐਨ ਵਿਰਲੇ ਨਾ ਹੀ ਘਣੇ, ਫੈਲ ਪਕੜ ਸੰਸਾਰ। ਸੰਗਤ ਜੀ ਐਸੇ ਨਾਮ ਦੇ ਰਸੀਏ ਰੱਬ ਨਾਲ ਜੁੜੇ ਹੋਏ, ਇੱਕ ਮਿਕ ਹੋਏ ਹੋਏ ਹੈਨ ਜ਼ਰੂਰ, ਪਰ ਹੈਨ ਬਹੁਤ ਵਿਰਲੇ। ਔਰ ਉਹਨਾਂ ਵਿਰਲਿਆਂ ਦਾ ਸਾਂਗ ਬਣਾ ਕੇ, ਉਹਨਾਂ ਦਾ ਲਿਬਾਸ ਧਾਰਨ ਕਰਕੇ ਤੇ ਹੋਰ ਵੀ ਕਈ ਬਣ ਗਏ ਹੋਣਗੇ, ਪਰ ਉਹ ਟਾਵੇਂ ਟਾਵੇਂ ਨੇ ਜਿਨ੍ਹਾਂ ਦੀ ਗੱਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰਦੇ ਨੇ, ਜਿਨ੍ਹਾਂ ਨੇ ਪਰਮੇਸ਼ਰ ਦੀ ਓਟ ਗ੍ਰਹਿਣ ਕੀਤੀ ਹੈ, ਜਿਹੜੇ ਵਾਹਿਗੁਰੂ ਦਾ ਕੀਰਤਨ ਕਰਦੇ ਨੇ, ਅੱਠੇ ਪੈਰੋਂ ਦੀ ਕੀਰਤੀ ਕਰਦੇ ਨੇ। ਉਸ ਦਇਆ ਦੇ ਘਰ ਵਾਹਿਗੁਰੂ ਨੇ ਸੰਤਾਂ ਦਾ ਉਧਾਰ ਕੀਤਾ ਹੈ ਤੇ ਸੰਤਾਂ ਦੀ ਸੰਗਤ ਵਿੱਚ ਜੋ ਵੀ ਮਾਈ ਭਾਈ ਆਇਆ, ਸੰਤਾਂ ਨੇ ਵਾਹਿਗੁਰੂ ਨਾਲ ਜੋੜ ਕਰਕੇ, ਪ੍ਰਭੂ ਦੀ ਕੀਰਤੀ ਵਿੱਚ ਜੋੜ ਕਰਕੇ ਉਹਨਾਂ ਦਾ ਵੀ ਉਧਾਰ ਕਰ ਦਿੱਤਾ ਹੈ। ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ, ਕਰੋੜਾਂ ਅਪਰਾਧ ਕਰਨ ਵਾਲੇ ਜਦੋਂ ਸੰਤਾਂ ਦੀ ਸੰਗਤ ਵਿੱਚ ਆਉਂਦੇ ਨੇ
ਤੇ ਸੰਤ ਉਹਨਾਂ ਨੂੰ ਜੀ ਦਾਣ ਦੇ ਕੇ ਭਗਤੀ ਵਿੱਚ ਜੋੜ ਦਿੰਦੇ ਨੇ। ਭਗਤੀ ਵਿੱਚ ਲਾ ਕੇ ਤੇ ਵਾਹਿਗੁਰੂ ਨਾਲ ਉਹਨਾਂ ਨੂੰ ਇੱਕ ਮਿਕ ਕਰ ਦਿੰਦੇ ਨੇ। ਜਨਮ ਜਨਮ ਕਾ ਵਿਛੜਿਆ ਹੋਵੇ ਤਿਨ ਹਰਸਿਓ ਆਣ ਮਿਲਾਵੇ। ਜਨਮਾਂ ਜਨਮਾਤਰਾ ਤੋਂ ਵਿਛੜੇ ਹੋਏ ਨੂੰ ਵਾਹਿਗੁਰੂ ਨਾਲ ਲਿਆ ਕੇ ਮਿਲਾ ਦਿੰਦੇ ਨੇ। ਉਹ ਪਰਮੇਸ਼ਰ ਦੇ ਪਿਆਰੇ ਸੰਤ ਜਿਨ੍ਹਾਂ ਨੂੰ ਕੇਵਲ ਓਟ ਆਸਰਾ ਪਰਮੇਸ਼ਰ ਦਾ। ਚੰਦਨ ਚੰਦ ਨਾ ਸਰਦ ਰੁੱਤ। ਸੱਚੇ ਪਾਤਸ਼ਾਹ ਜੀ ਕਹਿੰਦੇ ਦੁਨੀਆ ਦੇ ਅੰਦਰ ਚੰਦਨ ਬਹੁਤ ਠੰਡਾ ਹੈ, ਔਰ ਇਸੇ ਤਰ੍ਹਾਂ ਹੀ ਚੰਦਰਮਾ ਦੀ ਰੋਸ਼ਨੀ ਇਹ ਵੀ ਠੰਡੀ ਮੰਨੀ ਹੈ, ਅਤੇ ਸਰਦੀ ਦੀ ਰੁੱਤ ਇਹ ਵੀ ਬਹੁਤ ਠੰਡੀ ਮੰਨੀ ਹੈ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨਾ ਤਾਂ ਚੰਦਨ ਹੀ ਇੰਨਾ ਠੰਡਾ ਹੈ, ਨਾ ਚੰਦਰਮਾ ਦੀਆਂ ਕਿਰਨਾਂ ਹੀ ਇੰਨੀਆਂ ਠੰਡੀਆਂ ਨੇ, ਤੇ ਨਾ ਹੀ ਸਰਦੀ ਦੀ ਰੁੱਤ ਇੰਨੀ ਠੰਡੀ ਆ। ਮੂਲ ਨ ਮਿਟਈ ਕਹਾਮ। ਸੱਚੇ ਪਾਤਸ਼ਾਹ ਜੀ ਕਹਿੰਦੇ ਮੂਲ ਕਦਾ ਚਿੱਤ ਵੀ। ਕਾਮ ਨਾਮ ਗਰਮੀ ਦਾ ਹੈ, ਤਪਸ਼ ਦਾ ਹੈ ਸੰਗਤ ਜੀ। ਸਤਿਗੁਰੂ ਜੀ ਕਹਿੰਦੇ ਮੂਲੋਂ ਕਦਾ ਚਿੱਤ ਵੀ ਇਹਨਾਂ ਵਸਤੂਆਂ ਦੇ ਨਾਲ ਜੀਵ ਦੀ ਗਰਮੀ ਨਹੀਂ ਮਿਟਦੀ। ਚੰਦਨ ਰਗੜ ਕੇ ਸਰੀਰ ਤੇ ਲਾ ਲਿਆ, ਸਰੀਰ ਨੂੰ ਠੰਡ ਤਾਂ ਪਈ, ਪਰ ਮਨ ਜਿਉਂ ਦਾ ਤਿਉਂ ਉਬਾਲੇ ਖਾਂਦਾ ਹੈ। ਸੰਗਤ ਜੀ ਚੰਦਰਮਾ ਦੀ ਭਿੱਜੀ ਹੋਈ ਰਾਤ ਵਿੱਚ ਚੰਦਰਮਾ ਦੀਆਂ ਕਿਰਨਾਂ ਦੀ ਠੰਡ ਤਾਂ ਪ੍ਰਾਪਤ ਕੀਤੀ, ਪਰ ਮਨ ਦੀ ਤਪਸ਼ ਦੂਰ ਨਹੀਂ ਹੋਈ। ਸਰਦੀ ਭਾਵੇਂ ਜਿੰਨੀ ਮਰਜ਼ੀ ਠੰਡੀ ਹੋਵੇ, ਸਰਦੀ ਦੇ ਮੌਸਮ ਵਿੱਚ ਆਪਾਂ ਸਰਦੀ ਤੋਂ ਬਚਣ ਵਾਸਤੇ ਕਈ ਲੀੜੇ ਕੱਪੜੇ ਸਰੀਰ ਤੇ ਪਹਿਨਦੇ ਹਾਂ। ਸੰਗਤ ਜੀ ਇਹ ਸਰਦੀ ਮਨ ਨੂੰ ਸ਼ਾਂਤੀ ਨਹੀਂ ਦਿੰਦੀ, ਮਨ ਠੰਡਾ ਨਹੀਂ ਹੁੰਦਾ। ਮਨ ਸਰਦੀ ਦੇ ਮੌਸਮ ਵਿੱਚ ਵੀ ਉਬਾਲੇ ਖਾਂਦਾ ਹੈ, ਗੁੱਸੇ ਵਿੱਚ ਆਉਂਦਾ ਹੈ, ਕ੍ਰੋਧ ਵਿੱਚ ਆਉਂਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਾ ਤਾਂ ਭਾਈ ਚੰਦਨ ਹੀ ਠੰਡਾ ਹੈ, ਨਾ ਚਾਂਦੀ ਠੰਡਾ ਹੈ, ਨਾ ਸਰਦੀ ਦੀ ਰੋਟੀ ਠੰਡੀ ਹੈ, ਕਿਉਂਕਿ ਇਹਨਾਂ ਕਰਕੇ ਕਦਾ ਚਿੱਤ ਵੀ ਕਾਮ ਗਰਮੀ ਮਨ ਦੀ ਜਿਹੜੀ ਤਪਸ਼ ਹੈ ਨਾ ਜੀ ਉਹ ਨਹੀਂ ਮਿਟਦੀ। ਸੀਤਲ ਥੀਵੈ ਨਾਨਕਾ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਸੀਤਲ ਹੁੰਦੇ ਨੇ ਜਪੰਦੜੂ ਹਰ ਨਾਮ। ਜਿਹੜੇ ਹਰੀ ਪਰਮੇਸ਼ਰ ਦਾ ਨਾਮ ਜਪਦੇ ਨੇ, ਉਹਨਾਂ ਕੋਲ ਠੰਡਕ ਹੁੰਦੀ ਹੈ, ਉਹਨਾਂ ਦਾ ਮਨ ਸ਼ਾਂਤ ਹੁੰਦਾ ਹੈ। ਕਿਤਨਾ ਕੁ ਸ਼ਾਂਤ ਹੈ ਸੰਗਤ ਜੀ। ਹੋਤੀ ਮਰਦਾੜ ਵਾਲੇ ਮਹਾਂਪੁਰਖਾਂ ਵਿੱਚੋਂ ਸੰਤ ਬਾਬਾ ਆਇਆ ਸਿੰਘ ਜੀ ਹੋਏ ਨੇ। ਉਹ ਜਦੋਂ ਭਗਤੀ ਕਰਦੇ ਸੀ ਤੇ ਉਹਨਾਂ ਦੀ ਸਮਾਧੀ ਵਾਹਿਗੁਰੂ ਸਿਮਰਨ ਵਿੱਚ ਜੁੜ ਜਾਂਦੀ, ਤੇ ਕਈ ਵਾਰ ਜ਼ਹਿਰੀਲੇ ਸੱਪ ਜਿਹੜੇ ਸੀ ਉਹਨਾਂ ਦੀ ਝੋਲੀ ਵਿੱਚ ਆ ਕੇ ਬੈਠ ਜਾਂਦੇ ਸਨ।
ਜਦੋਂ ਮਹਾਂਪੁਰਖਾਂ ਨੇ ਸਵੇਰੇ ਸਮਾਧੀ ਤੋਂ ਉਤਾਣ ਹੋਣਾ, ਸਮਾਧੀ ਖੁੱਲਣੀ, ਤੇ ਉਹਨਾਂ ਨੂੰ ਫਿਰ ਜੰਗਲ ਵਿੱਚ ਜਾ ਕੇ ਛੱਡ ਆਉਣਾ, ਤੇ ਉਹਨਾਂ ਨੇ ਰਾਤ ਨੂੰ ਫਿਰ ਆਣ ਕੇ ਉਹਨਾਂ ਦੀ ਝੋਲੀ ਵਿੱਚ ਬਹਿ ਜਾਣਾ, ਕਿਉਂਕਿ ਉਹਨਾਂ ਨੂੰ ਉੱਥੇ ਠੰਡਕ ਪ੍ਰਾਪਤ ਹੁੰਦੀ ਸੀ। ਜਿਸ ਤਰ੍ਹਾਂ ਚੰਦਨ ਦਾ ਬੂਟਾ ਬਹੁਤ ਠੰਡਾ ਮੰਨਿਆ ਹੈ, ਖੁਸ਼ਬੂਦਾਰ ਮੰਨਿਆ ਹੈ। ਅਨੇਕਾਂ ਸੱਪ ਜਿਹੜੇ ਨੇ ਉਹ ਚੰਦਨ ਦੇ ਨਾਲ ਲਿਪਟ ਜਾਂਦੇ ਨੇ ਆਪਣੀ ਜ਼ਹਿਰ ਨੂੰ ਮਿਟਾਉਣ ਵਾਸਤੇ, ਸ਼ਾਂਤੀ ਪ੍ਰਾਪਤ ਕਰਨ ਵਾਸਤੇ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਵਾਹਿਗੁਰੂ ਦਾ ਨਾਮ ਜਪਦੇ ਨੇ, ਸਿਮਰਨ ਭਜਨ ਕਰਦੇ ਨੇ ਭਾਈ, ਉਹ ਸੀਤਲ ਹੋ ਜਾਂਦੇ ਨੇ। ਫਿਰ ਉਹਨਾਂ ਕੋਲੋਂ ਠੰਡਕ ਪ੍ਰਾਪਤ ਹੁੰਦੀ ਹੈ। ਉਹਨਾਂ ਨੂੰ ਇਹ ਪ੍ਰਤੱਖ ਗਰਮੀ ਵੀ ਸੰਗਤ ਜੀ ਪੋਹ ਨਹੀਂ ਸਕਦੀ। ਫਿਰ ਉਹਨਾਂ ਨੂੰ ਤਤੀਆਂ ਤਵੀਆਂ, ਉਬਲਦੀਆਂ ਦੇਗਾਂ, ਤੱਤੀ ਰੇਤ ਉਹਨਾਂ ਨੂੰ ਪੋਹ ਨਹੀਂ ਸਕਦੀ। ਔਰ ਫਿਰ ਉਹ ਗੁਰੂ ਕੇ ਲਾਲ, ਗੁਰੂ ਕੇ ਸਿੱਖ ਵੀ ਬਲਦੇ ਹੋਏ ਭੱਠ ਵਿੱਚ ਬਹਿ ਜਾਂਦੇ ਨੇ। ਸਤਿਗੁਰੂ ਦਾ ਨਾਮ ਲੈ ਕੇ, ਸਤਿਗੁਰੂ ਦੇ ਆਸਰੇ, ਤੇ ਭੱਠ ਜਿਹੜਾ ਹੈ ਉਹਨਾਂ ਦਾ ਇੱਕ ਵਾਲ ਵੀ ਵਿੰਗਾ ਨਹੀਂ ਕਰਦਾ। ਇਤਨੀ ਉਹਨਾਂ ਦੇ ਅੰਦਰ ਸੀਤਲਤਾ ਹੀ ਹੈ। ਬਾਬਾ ਬਿਧੀ ਚੰਦ ਸਾਹਿਬ ਜੀ ਜਦੋਂ ਪੱਟੀ ਵਿੱਚੋਂ ਦੁਸ਼ਾਲੇ ਲੈਣ ਗਏ ਸੀ ਤੇ ਸੰਗਤ ਜੀ ਬਲਦੇ ਭੱਠ ਵਿੱਚ ਬੈਠ ਗਏ ਸਨ। ਸਤਿਗੁਰੂ ਜੀ ਨੇ ਆਪਣੇ ਸਰੀਰ ਤੇ ਜਲ ਪਵਾ ਕੇ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਆਂਚ ਨਹੀਂ ਲੱਗਣ ਦਿੱਤੀ, ਅੱਗ ਦਾ ਸੇਕ ਨਹੀਂ ਲੱਗਣ ਦਿੱਤਾ। ਸਤਿਗੁਰੂ ਜੀ ਕਹਿੰਦੇ ਜਿਹੜੇ ਨਾਮ ਜਪਦੇ ਨੇ ਭਾਈ, ਉਹ ਸੀਤਲ ਹੋ ਜਾਂਦੇ ਨੇ, ਉਹ ਠੰਡੇ ਟਾਰ ਹੋ ਜਾਂਦੇ ਨੇ। ਪੌੜੀ ਚਰਨ ਕਮਲ ਕੀ ਓਟ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪੌੜੀ ਦੇ ਅੰਦਰ ਕਿ ਵਾਹਿਗੁਰੂ ਪਰਮੇਸ਼ਰ ਦੇ ਸ਼ਬਦ ਰੂਪੀ ਚਰਨਾਂ ਕਮਲਾਂ ਦੀ ਓਟ ਜਿਨ੍ਹਾਂ ਨੇ ਪਗੜੇ, ਉਦਰੇ ਸਗਲ ਜਾਨਾ। ਉਹ ਸਾਰੇ ਜਨ ਪਰਮੇਸ਼ਰ ਦੇ ਸਾਰੇ ਪਿਆਰੇ ਉਧਰ ਗਏ, ਭੈਦਾਇਕ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ। ਸੁਣ ਪ੍ਰਤਾਪ ਗੋਵਿੰਦ। ਸੱਚੇ ਪਾਤਸ਼ਾਹ ਜੀ ਕਹਿੰਦੇ ਗੋਬਿੰਦ, ਜੋ ਗੋਬਿੰਦ ਵੇਦਾਂ ਕਰਕੇ ਜਾਣਨੇ ਯੋਗ ਹੈ, ਉਸ ਵਾਹਿਗੁਰੂ ਪਰਮੇਸ਼ਰ ਦਾ ਪ੍ਰਤਾਪ, ਉਹਦੀ ਵਡਿਆਈ, ਉਹਦਾ ਜਸ ਸੁਣ ਕੇ ਨਿਰਭਉ ਭਏ ਮਾਨਾ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹਨਾਂ ਦਾ ਮਨ ਜਿਹੜਾ ਨਾ ਉਹ ਨਿਰਭਉ ਹੋ ਗਿਆ ਹੈ। ਹੁਣ ਉਹਨਾਂ ਦਾ ਮਨ ਡਰਦਾ ਨਹੀਂ, ਨਾ ਹੀ ਦੁਨਿਆਵੀ ਵਿਕਾਰ ਉਹਨਾਂ ਨੂੰ ਪੋ ਸਕਦੇ ਨੇ, ਨਾ ਹੀ ਇਹ ਜਿਹੜੇ ਪੰਜ ਚੋਰ ਹੈ ਉਹਨਾਂ ਦੇ ਲਾਗੇ ਆਉਂਦੇ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਦਾ ਪ੍ਰਤਾਪ, ਉਹਦਾ ਜਸ ਸੁਣ ਕਰਕੇ ਹੁਣ ਉਹਨਾਂ ਦਾ ਮਨ ਜਿਹੜਾ ਉਹ ਨਿਰਭਉ ਹੋ ਗਿਆ ਹੈ, ਭੈ ਤੋਂ ਰਹਿਤ ਹੋ ਗਿਆ, ਡਰਦੇ ਨਹੀਂ। ਓਟ ਨਾ ਆਵੈ ਮੂਲ। ਸੱਚੇ ਪਾਤਸ਼ਾਹ ਜੀ ਕਹਿੰਦੇ ਕਦਾ ਚਿੱਤ ਵੀ ਭਾਈ ਉਹਨਾਂ ਨੂੰ ਤੋਟ ਨਹੀਂ ਆਉਂਦੀ, ਘਾਟਾ ਨਹੀਂ ਪੈਂਦਾ, ਕਿਉਂਕਿ ਉਹਨਾਂ ਨੇ ਘਾਟੇ ਵਾਲੀ ਕਮਾਈ ਨਹੀਂ ਕੀਤੀ। ਦੁਨੀਆ ਦੇ ਖਜ਼ਾਨੇ ਮੁੱਕ ਜਾਂਦੇ ਨੇ, ਦੁਨੀਆ ਦੇ ਭੰਡਾਰ ਖਾਲੀ ਹੋ ਜਾਂਦੇ ਨੇ, ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਨੂੰ ਕਦਾ ਚਿੱਤ ਵੀ ਤੋਟ ਨਹੀਂ ਆਉਂਦੀ, ਘਾਟਾ ਨਹੀਂ ਪੈਂਦਾ। ਸੰਚਿਆ ਨਾਮ ਧਨ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਨਾਮ ਰੂਪੀ ਧਨ ਇਕੱਤਰ ਕੀਤਾ ਹੈ, ਸੰਗਤ ਜੀ ਜਿਨ੍ਹਾਂ ਨੇ ਨਾਮ ਰੂਪੀ ਧਨ ਇਕੱਠਾ ਕੀਤਾ ਹੈ ਨਾ, ਉਹਨਾਂ ਨੂੰ ਕਦਾ ਚਿੱਤ ਵੀ ਤੋਟ ਨਹੀਂ ਆਉਂਦੀ।
ਦੁਨੀਆ ਦੇ ਅੰਦਰ ਵੀ ਤੋੜ ਨਹੀਂ ਆਉਂਦੀ। ਇਸੇ ਕਰਕੇ ਹੀ ਪੰਡਤ ਦੁਰਗਾਦਾਸ ਨੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਸੀ, ਮਹਾਰਾਜ ਜੇ ਟੁੱਟੇ ਹੋ, ਜੇ ਮੇਰਾਂ ਦੇ ਘਰ ਵਿੱਚ ਆਏ ਹੋ ਤੇ ਮਹਾਰਾਜ ਲੋਕ ਪਰਲੋਕ ਦਾ ਧਨ ਦੇ ਦਿਓ, ਮੇਰਾ ਲੋਕ ਵੀ ਸਵਰ ਜਾਵੇ ਤੇ ਪਰਲੋਕ ਵੀ ਸਵਰ ਜਾਵੇ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਤਰੁੱਟ ਕਰਕੇ ਲੋਕ ਤੇ ਪਰਲੋਕ ਦਾ ਹੀ ਧਨ ਦੇ ਦਿੱਤਾ ਸੀ। ਇਸ ਲੋਕ ਵਿੱਚ ਵੀ ਵਰਤਣ ਵਾਸਤੇ ਧਨ ਦਿੱਤਾ ਤੇ ਪਰਲੋਕ ਦਾ ਧਨ ਨਾਮ ਵੀ ਦੇ ਦਿੱਤਾ। ਵੈਸੇ ਵੀ ਸੰਗਤ ਜੀ ਜਿਹੜੇ ਪ੍ਰਾਣੀ ਗੁਰਮੁਖ ਪਿਆਰੇ ਨਾਮ ਰੂਪੀ ਧਨ ਨੂੰ ਇਕੱਤਰ ਕਰਦੇ ਨੇ ਨਾ, ਉਹਨਾਂ ਨੂੰ ਦੁਨਿਆਵੀ ਧਨ ਦੀ ਵੀ ਤੋੜ ਨਹੀਂ ਆਉਂਦੀ। ਦੁਨਿਆਵੀ ਧਨ ਜਿਹੜਾ ਉਹਨਾਂ ਦੇ ਪਿੱਛੇ ਪਿੱਛੇ ਤੁਰਿਆ ਫਿਰਦਾ ਹੈ, ਜਿਹੜੇ ਨਾਮ ਰੂਪੀ ਧਨ ਨੂੰ ਇਕੱਤਰ ਕਰਦੇ ਨੇ। ਇਹ ਵਾਹਿਗੁਰੂ ਉਹਨਾਂ ਤੇ ਫਿਰ ਕਿਰਪਾ ਬਖਸ਼ਿਸ਼ ਕਰਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਕਦਾ ਚਿੱਤ ਵੀ ਭਾਈ ਤੋੜ ਘਾਟਾ ਨਹੀਂ ਪੈਂਦਾ, ਜਿਨ੍ਹਾਂ ਨੇ ਨਾਮ ਰੂਪੀ ਧਨ ਇਕੱਠਾ ਕੀਤਾ। ਸੰਤ ਜਨਾ ਸਿਓ ਸੰਗ। ਸਤਿਗੁਰੂ ਜੀ ਕਹਿੰਦੇ ਨੇ ਸੰਤ ਜਨਾਂ ਦਾ ਸੰਗ, ਉਹਨਾਂ ਦੀ ਸੰਗਤ, ਸੋ ਉਹਨਾਂ ਦੀ ਸੰਗਤ ਦਾ ਆਨੰਦ ਕਿਵੇਂ ਪ੍ਰਾਪਤ ਹੁੰਦਾ? ਪਾਈਐ ਵੱਡਾ ਪੁੰਨ। ਹਜ਼ੂਰ ਕਹਿੰਦੇ ਭਾਈ ਵੱਡਿਆ ਪੁੰਨਾ ਕਰਕੇ, ਬਹੁਤੇ ਚੰਗੇ ਕਰਮ ਹੋਣ ਤੇ ਫਿਰ ਐਸੇ ਸੰਤਾਂ ਦਾ ਸੰਗ ਪ੍ਰਾਪਤ ਹੁੰਦਾ ਹੈ, ਜਿਹੜੇ ਵਾਹਿਗੁਰੂ ਦੇ ਕੀਰਤਨ ਦਾ ਆਸਰਾ ਲੈਂਦੇ ਨੇ, ਜਿਹੜੇ ਪਰਮੇਸ਼ਰ ਦੀ ਓਟ ਪਕੜਦੇ ਨੇ। ਕਿਉਂਕਿ ਸੰਤ ਬੇਪਰਵਾਹ ਹੁੰਦੇ ਨੇ। ਸੰਤਨ ਅਵਰ ਨ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੇ, ਜਾ ਕੋ ਪਾਕ ਸੁਆਮੀ। ਸੰਗਤ ਜੀ ਵਾਹਿਗੁਰੂ ਉਹਨਾਂ ਦੇ ਪੱਖ ਵਿੱਚ ਹੁੰਦਾ ਹੈ। ਵਾਹਿਗੁਰੂ ਪੱਖ ਵਿੱਚ ਹੋਣ ਕਰਕੇ ਤੇ ਉਹ ਸਦਾ ਹੀ ਬੇਪਰਵਾਹ ਹੁੰਦੇ ਨੇ, ਕਿਸੇ ਦੀ ਪਰਵਾਹ ਨਹੀਂ ਕਰਦੇ, ਨਾ ਕਿਸੇ ਲੀਡਰ ਦੀ, ਨਾ ਕਿਸੇ ਦੀ ਰਾਜੇ ਦੀ, ਨਾ ਕਿਸੇ ਮਹਾਰਾਜੇ ਦੀ, ਉਹ ਕਿਸੇ ਦੀ ਪਰਵਾਹ ਨਹੀਂ ਕਰਦੇ। ਤੇ ਫਰਕ ਇੰਨਾ ਹੀ ਹੈ, ਜਿਹੜੇ ਪਰਵਾਹ ਕਰਦੇ ਜਿਹੜੇ ਭਾਈ ਉਹ ਅਜੇ ਸੰਤ ਨਹੀਂ, ਤੇ ਜਿਹੜੇ ਬੇਪਰਵਾਹ ਨੇ ਉਹ ਸੰਤ ਨੇ। ਪਰ ਐਸੇ ਸੰਤਾਂ ਦਾ ਸੰਗ, ਐਸੇ ਸੰਤ ਜਨਾਂ ਦੀ ਸੰਗਤ ਵੱਡਿਆਂ ਭਾਗਾਂ ਕਰਕੇ, ਵੱਡਿਆਂ ਪੁੰਨਾਂ ਕਰਕੇ ਸੰਗਤ ਜੀ ਪ੍ਰਾਪਤ ਹੁੰਦੀ ਹੈ। 8 ਪਹਿਰ